ਸੋ ਦੋਸਤੋ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ 'ਤੇ ਸਵਾਗਤ ਹੈ। ਅੱਜ ਗੱਲ ਕਰਾਂਗੇ ਉਸ ਸੈਂਸੇਸ਼ਨਲ ਮਰਡਰ ਕੇਸ ਦੀ ਜਿਹੜਾ ਪਿਛਲੇ ਤਕਰੀਬਨ 4 ਸਾਲਾਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ, ਲੇਕਿਨ ਕੋਈ ਸਾਖੂ ਨਤੀਜਾ ਸਾਹਮਣੇ ਆਉਣ ਦੀ ਗੱਲ ਨਹੀਂ ਹੋ ਰਹੀ, ਨਹੀਂ ਆ ਰਿਹਾ ਕੋਈ ਨਤੀਜਾ। ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਡਰੱਗ ਡਿਪਾਰਟਮੈਂਟ ਦੀ ਸੀਨੀਅਰ ਇੰਸਪੈਕਟਰ ਨੇਹਾ ਸ਼ੌਰੀ ਦੇ ਮਰਡਰ ਕੇਸ ਦੀ, ਜਿਸ ਨੂੰ ਦਿਨ ਦਿਹਾੜੇ ਖਰੜ ਵਿਖੇ ਸਥਿਤ ਉਸ ਦੇ ਦਫ਼ਤਰ ਵਿੱਚ ਉਸਦੇ ਮੁਲਾਜ਼ਮਾਂ ਦੇ ਸਾਹਮਣੇ ਇੱਕ ਸ਼ਖਸ ਆਉਂਦਾ ਹੈ ਔਰ ਦਾੜ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਉਸ ਤੋਂ ਕੁਝ ਸਮੇਂ ਬਾਅਦ ਹੀ ਆਪਣੇ ਆਪ ਨੂੰ 2 ਗੋਲੀਆਂ ਮਾਰਦਾ ਹੈ, ਇੱਕ ਆਪਣੇ ਸੀਨੇ ਵਿੱਚ, ਇੱਕ ਆਪਣੇ ਸਿਰ ਵਿੱਚ। ਔਰ ਸੈਂਸੇਸ਼ਨਲ 2 ਲਾਸ਼ਾਂ ਸਰਕਾਰੀ ਦਫ਼ਤਰ 'ਚ ਪਈਆਂ। ਔਰ ਉਸ ਤੋਂ ਬਾਅਦ ਜੋ ਪੁਲਿਸ ਦਾ ਵਤੀਰਾ ਰਿਹਾ, ਉਹਦੇ 'ਤੇ ਸਵਾਲ ਉੱਠਣੇ ਸ਼ੁਰੂ ਹੋਏ। ਕਿਵੇਂ ਉਸ ਸ਼ਖਸ ਦੀ ਕੀ ਰੰਜਿਸ਼ ਸੀ, ਉਹਨੇ ਕਿਉਂ ਮਾਰਿਆ? ਕੀ ਇਹਦੇ ਪਿੱਛੇ ਕਿਤੇ ਮਾਫੀਆ, ਡਰੱਗ ਮਾਫੀਆ ਦਾ ਆਰਗੇਨਾਈਜ਼ਡ ਕ੍ਰਾਈਮ ਜਾਂ ਕੰਟਰੈਕਟ ਕਿਲਿੰਗ ਆਪਰੇਸ਼ਨ ਤਾਂ ਕੰਮ ਨਹੀਂ ਸੀ ਕਰ ਰਿਹਾ? ਲੇਕਿਨ ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹੋ ਜਿਹੇ ਸੈਂਸੇਸ਼ਨਲ ਕੇਸਿਸ ਵਿੱਚ ਵੀ ਵੱਡੀਆਂ SIT ਇਹ ਰਿਪੋਰਟ ਦੇ ਦਿੰਦੀਆਂ ਕਿ ਜੀ ਗੋਲੀ ਮਾਰਨ ਵਾਲਾ ਬੰਦਾ ਖੁਦ ਮਰ ਗਿਆ। ਉਸ ਤੋਂ ਇਲਾਵਾ ਸਾਨੂੰ ਕਿ ਇਹੋ ਜਿਹਾ ਸਬੂਤ ਨਹੀਂ ਮਿਲਿਆ ਜਿਹਨੂੰ ਲੈ ਕੇ ਅੱਗੇ ਕੇਸ ਤੋਰਿਆ ਜਾ ਸਕੇ। ਇਸ ਕਰਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ। ਇੱਕ ਕਲੋਜ਼ਰ ਰਿਪੋਰਟ ਜਿਹੜੀ ਸੀ ਕੋਰਟ 'ਚ ਪੇਸ਼ ਕੀਤੀ ਗਈ। ਕੋਰਟ ਨੇ ਉਹ SIT ਦੀ ਰਿਪੋਰਟ ਮੰਨ ਲਈ ਔਰ ਕੇਸ ਬੰਦ ਕਰ ਦਿੱਤਾ ਗਿਆ। ਔਰ ਇਸ ਕੇਸ ਦੀ ਪੈਰਵੀ ਨੇਹਾ ਸ਼ੌਰੀ ਦੇ ਪਰਿਵਾਰ ਵੱਲੋਂ ਇੱਕ ਬਹੁਤ ਵੱਡੇ ਨਾਮੀ ਵਕੀਲ ਕਰ ਰਹੇ ਸਨ, ਜੋ ਬਾਅਦ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਵੀ ਬਣੇ। ਉਸ ਤੋਂ ਬਾਅਦ ਪਰਿਵਾਰ ਨੂੰ ਜਦ ਇਨਸਾਫ ਨਹੀਂ ਮਿਲਿਆ, ਉਹਨਾਂ ਨੇ ਆਪਣਾ ਵਕੀਲ ਚੇਂਜ ਕੀਤਾ ਅਤੇ ਇੱਕ ਨਵੇਂ ਵਕੀਲ ਨੂੰ ਅਦਾਲਤ ਵਿੱਚ ਖੜ੍ਹਾ ਕੀਤਾ। ਉਹਨਾਂ ਵਕੀਲ ਦਾ ਨਾਮ ਹੈ ਪ੍ਰਦੀਪ ਵਿਰਕ, ਸੀਨੀਅਰ ਐਡਵੋਕੇਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ। ਉਹਨਾਂ ਦੀ ਆਪਣੀ ਬੈਕਗਰਾਊਂਡ ਵੀ ਪੁਲਿਸ ਦੀ ਬੈਕਗਰਾਊਂਡ ਤੋਂ ਇੱਕ ਡਬਲ ਬੈਨੀਫਿਟ ਉਹਨਾਂ ਕੋਲ ਹੈਗਾ ਕਿ ਉਹ ਇਹੋ ਜਿਹੇ ਕ੍ਰਿਮੀਨਲ ਕੇਸਿਸ ਨੂੰ ਬਹੁਤ ਗੰਭੀਰਤਾ ਨਾਲ, ਬਾਰੀਕੀ ਨਾਲ ਸਮਝ ਲੈਂਦੇ ਆ ਅਤੇ ਫਿਰ ਉਹਨਾਂ ਕੇਸਿਸ ਦੀ ਪੈਰਵਾਈ ਕਰਦੇ ਆ। ਅਤੇ ਉਸ ਕੇਸ ਦਾ ਕੱਲ੍ਹ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਸੇ SIT ਨੂੰ, ਜਿਹੜੀ ਪਹਿਲਾਂ ਬਣੀ ਸੀ ਔਰ ਜਿਨ੍ਹਾਂ ਨੇ ਕਲੋਜ਼ਰ ਰਿਪੋਰਟ ਦੇ ਦਿੱਤੀ ਸੀ, ਉਹਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਜਿਹੜੇ ਸਵਾਲ ਪਟੀਸ਼ਨ ਕਰਤਾ ਨੇ ਇਸ ਆਪਣੀ ਨਵੀਂ ਅਰਜ਼ੀ ਵਿੱਚ ਰੇਜ਼ ਕੀਤੇ ਨੇ, ਉਹਨਾਂ ਬਾਰੇ SIT ਦਾ ਕੀ ਕਹਿਣਾ ਹੈ ਜਾਂ ਪੰਜਾਬ ਸਰਕਾਰ ਦਾ ਇਹਦੇ ਬਾਰੇ ਕੀ ਪੱਖ ਹੈ, ਕੀ ਹੈ ਇਹ ਸਾਰਾ ਕੇਸ, ਇਹ ਤੁਸੀਂ ਸੁਣੋ। ਐਡਵੋਕੇਟ, ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ, ਉਹਨਾਂ ਦੀ ਜ਼ੁਬਾਨੀ, ਜੋ ਅੱਜ ਅਸੀਂ ਉਹਨਾਂ ਨੂੰ ਘਰੇ ਡਿਸਟਰਬ ਕਰਕੇ ਰਿਕਾਰਡ ਕੀਤਾ, ਉਹ ਤੁਸੀਂ ਸੁਣੋ। ਉਹਨਾਂ ਦਾ ਪੂਰੇ ਕੇਸ ਬਾਰੇ ਕੀ ਕਹਿਣਾ ਅਤੇ ਉਸ ਤੋਂ ਬਾਅਦ ਅਸੀਂ ਆਪਣਾ ਪੱਖ ਰੱਖਾਂਗੇ ਕਿ ਜਿਹੜੀਆਂ ਗੱਲਾਂ ਅਜੇ ਅਰਜ਼ੀ ਵਿੱਚ ਨਹੀਂ ਕਹੀਆਂ ਗਈਆਂ ਉਹ ਵੀ ਕੀ ਹੋ ਸਕਦੀਆਂ ਨੇ ਅਤੇ ਅਲਟੀਮੇਟਲੀ ਇਹ ਕੇਸ ਕਿਸ ਕਰਵਟ ਵੱਲ ਤੁਰੇਗਾ, ਉਹਦਾ ਚਰਚਾ ਵੀ ਕਰਾਂਗੇ। ਪਹਿਲਾਂ ਸੁਣੋ ਐਡਵੋਕੇਟ ਪ੍ਰਦੀਪ ਵਿਰਕ ਦਾ ਕੀ ਕਹਿਣਾ। ਤੁਹਾਡਾ ਇੱਕ ਬੜਾ ਇੰਪੋਰਟੈਂਟ ਕੇਸ ਜਿਹੜਾ ਇੱਕ ਬੜਾ ਸੈਂਸੇਸ਼ਨਲ ਰਿਹਾ ਆਪਣੇ ਜ਼ਮਾਨੇ 'ਚ, ਲੇਕਿਨ ਸ਼ਾਇਦ ਇਹ ਲੱਗਦਾ ਵੀ ਕਿਤੇ ਪੂਰੀ ਤਰ੍ਹਾਂ ਉਹਦਾ ਕੋਈ ਨਤੀਜਾ ਉੱਭਰ ਕੇ ਸਾਹਮਣੇ ਆ ਨਹੀਂ ਸਕਿਆ। ਡਰੱਗ ਆਫਿਸਰ ਸ਼ੌਰੀ ਦਾ ਮਰਡਰ ਕੇਸ, ਇੱਕ ਆਦਮੀ ਨੇ ਗੋਲੀਆਂ ਮਾਰੀਆਂ, ਫਿਰ ਖੁਦ ਨੂੰ ਗੋਲੀਆਂ ਮਾਰ ਲਈਆਂ, 6 ਗੋਲੀਆਂ ਹੁੰਦੀਆਂ ਚੈਂਬਰ 'ਤੇ, 8 ਤੁਸੀਂ ਕਹਿ ਰਹੇ ਹੋ ਇਹਦੇ ਲੱਗੀਆਂ। ਰਿਪੋਰਟ ਆਈ ਪੋਸਟਮਾਰਟਮ ਦੀ, 2 ਉਹਦੇ ਲੱਗੀਆਂ, ਗੋਲੀਆਂ ਚੱਲ ਗਈਆਂ 10 ਤੇ ਹੁੰਦੀਆਂ 6। ਇਹ ਸਾਰੇ ਬਾਰੇ ਜਰਾ ਥੋੜ੍ਹੀ ਜਿਹੀ ਕੇਸ ਦੀ ਬੈਕਗਰਾਊਂਡ ਤੇ ਥੋੜ੍ਹੀਆਂ ਟੈਕਨੀਕੈਲਿਟੀਜ਼ ਤੇ ਜਰਾ ਰੌਸ਼ਨੀ ਪਾ ਦਿਓ ਸਾਡੇ ਦਰਸ਼ਕਾਂ ਲਈ। ਜੀ ਸਰ ਇਹ 2019 ਦਾ ਇੰਸੀਡੈਂਟ ਹੈ, ਮਾਰਚ 2019 ਦਾ, ਜਦੋਂ ਇੱਕ ਡਰੱਗ ਇੰਸਪੈਕਟਰ ਨੂੰ, ਜਿਹੜੇ ਕਿ ਉੱਥੇ ਜ਼ੋਨਲ ਫੀਲਡ ਦੇ ਵਿੱਚ ਕੰਮ ਕਰ ਰਹੇ ਸੀ, ਪੋਸਟਡ ਸੀਗੇ, ਉਹਨਾਂ ਨੂੰ ਨੇਹਾ ਸ਼ੌਰੀ ਉਹਨਾਂ ਦਾ ਨਾਂ ਸੀ, ਇਸ ਬੰਦੇ ਨੇ ਗੋਲੀ ਮਾਰ ਦਿੱਤੀ। ਹੁਣ ਗੋਲੀ ਮਾਰਨ ਤੋਂ ਬਾਅਦ ਜਦੋਂ ਉਸ ਬੰਦੇ ਨੂੰ ਫੜਿਆ ਗਿਆ
ਉਹਨੇ ਫੜਨ ਦੀ ਕੋਸ਼ਿਸ਼ ਦੌਰਾਨ ਆਪਦੇ ਆਪ ਨੂੰ 2 ਗੋਲੀਆਂ ਮਾਰਤੀਆਂ, ਇੱਕ ਗੋਲੀ ਚੈਸਟ ਦੇ ਵਿੱਚ, ਦੂਜੀ ਸਿਰ ਦੇ ਵਿੱਚ। ਓਕੇ। ਉਸ ਤੋਂ ਬਾਅਦ ਇਮੀਡੀਏਟਲੀ ਆਲਮੋਸਟ ਇੱਕ ਪੰਜਾਬ ਪੁਲਿਸ ਵੱਲੋਂ ਸਟੇਟਮੈਂਟ ਇਸ਼ੂ ਕੀਤੀ ਗਈ ਕਿ ਉਹ ਬੰਦੇ ਨੇ ਦੁਸ਼ਮਣੀ ਦੇ ਵਿੱਚ ਜਾਂ ਖੁੰਦਕ ਦੇ ਵਿੱਚ ਆ ਚੀਜ਼ ਕੀਤੀ, ਕਿਉਂਕਿ ਉਹਦਾ ਜਿਹੜਾ ਡਰੱਗ ਉਹਦੀ ਇੱਕ ਮੈਡੀਸਨ ਦੀ ਸ਼ਾਪ ਸੀ ਜਿਹੜੀ ਵਾਈਫ ਦੇ ਨਾਂ ਤੇ ਰਨ ਕਰ ਰਿਹਾ ਸੀ, ਔਰ ਉਹਦਾ ਲਾਇਸੈਂਸ ਕੈਂਸਲ ਕੀਤਾ ਸੀ ਮਿਸ ਨੇਹਾ ਸ਼ੌਰੀ ਨੇ। ਹਾਂਜੀ। ਹੁਣ ਇੰਨੀ ਛੇਤੀ ਇਹੋ ਜਿਹੀ ਸਟੇਟਮੈਂਟ ਥੋੜੀ ਜਿਹੀ ਹੈਰਾਨੀ ਦੀ ਗੱਲ ਸੀ, ਪਰ ਐਨੀਵੇ ਮੈਂ ਉਸ ਵੇਲੇ ਇਸ ਕੇਸ ਦਾ ਲਾਇਰ ਨਹੀਂ ਸੀ, ਮੈਂ ਤਾਂ ਐਜ਼ ਅ ਲਾਇਰ ਹੁਣੇ ਰੀਸੈਂਟਲੀ ਇਸ ਕੇਸ ਦੇ ਵਿੱਚ ਪੇਸ਼ ਹੋਇਆ। ਓਕੇ। ਸੋ ਇਸ ਕੇਸ ਦੇ ਵਿੱਚ ਉਸ ਵੇਲੇ ਇੱਕ ਪਟੀਸ਼ਨ ਪਾਈ ਗਈ ਫੈਮਿਲੀ ਵੱਲੋਂ ਕਿ ਜੀ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦੀ ਸਟੇਟਸ ਰਿਪੋਰਟ ਦਿੱਤੀ ਜਾਵੇ। ਓਕੇ। ਉਹਦੇ ਵਿੱਚ ਡੀਜੀ ਸਾਹਿਬ ਵੱਲੋਂ ਅਪ੍ਰੈਲ 2019 ਦੇ ਵਿੱਚ ਇੱਕ SIT ਬਣਾਈ ਗਈ। ਫਿਰ ਔਨ ਅ ਰਿਪਰੈਜ਼ੈਂਟੇਸ਼ਨ ਫਰਮ ਦਾ ਫੈਮਿਲੀ ਉਸ SIT ਨੂੰ ਰੀਕਨਸਟੀਟਿਊਟ ਕੀਤਾ ਗਿਆ। ਓਕੇ। ਹੁਣ ਜਦੋਂ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਕਿ ਸਟੇਟਸ ਰਿਪੋਰਟ ਦਿੱਤੀ ਜਾਵੇ ਔਰ ਦੱਸਿਆ ਜਾਵੇ ਕਿ ਕੀ ਇਨਵੈਸਟੀਗੇਸ਼ਨ ਕਰ ਰਹੇ ਔਰ ਕੰਪਲੀਟ ਕਰਕੇ ਚਲਾਨ ਫਾਈਲ ਕਰਨ, ਤੇ ਇੱਕ ਐਫੀਡੇਵਿਟ ਕੋਰਟ ਦੇ ਵਿੱਚ ਫਾਈਲ ਹੋਇਆ ਕਿ ਇਹ ਤਾਂ ਜੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਅਸੀਂ ਕਲੋਜ਼ਰ ਰਿਪੋਰਟ ਫਾਈਲ ਕਰਤੀ ਹੈ। ਓਕੇ। ਔਰ ਕਲੋਜ਼ਰ ਇਸ ਕਰਕੇ ਫਾਈਲ ਕੀਤੀ ਹੈ ਬਿਕੋਜ਼ ਜਿਹੜੇ ਬੰਦੇ ਨੇ ਮਾਰਿਆ ਸੀ ਉਹਨੇ ਸੁਸਾਈਡ ਕਰ ਲਿਆ, ਤਾਂ ਉਹਦੀ ਅੱਗੇ ਕੋਈ ਚੀਜ਼ ਸਾਨੂੰ ਡਾਊਟਫੁਲ ਲੱਭੀ ਨਹੀਂ, ਉਹਦੇ ਨਾਲ ਕਾਲ ਰਿਕਾਰਡ 'ਚੋਂ ਕੁਛ ਲੱਭਿਆ ਨਾ ਸਾਨੂੰ ਕੁਝ ਹੋਰ ਪ੍ਰੂਫ ਮਿਲਿਆ। ਓਕੇ। ਸੋ ਇਹਨਾਂ ਚੀਜ਼ਾਂ ਕਰਕੇ ਉਹਨਾਂ ਨੇ ਬੰਦ ਕਰਤਾ। ਹੁਣ ਉਸ ਤੋਂ ਬਾਅਦ ਔਰ ਕਲੋਜ਼ਰ ਰਿਪੋਰਟ ਕੋਰਟ ਨੇ ਵੀ ਐਕਸੈਪਟ ਕਰ ਲਈ ਕਿਉਂਕਿ ਕੰਪਲੇਨੈਂਟ ਪੇਸ਼ ਹੋ ਗਿਆ ਸੀ। ਹੁਣ ਕੰਪਲੇਨੈਂਟ ਇਸ ਕੇਸ ਦੇ ਵਿੱਚ ਸਾਡਾ ਇਹ ਕਹਿਣਾ ਸੀ ਜੀ ਕੰਪਲੇਨੈਂਟ ਇਜ਼ ਸਮਬਡੀ ਵਰਕਿੰਗ ਇਨ ਦੀ ਆਫਿਸ। ਐਨੀਵੇ ਉਸ ਤੋਂ ਬਾਅਦ ਫੈਮਿਲੀ ਵੱਲੋਂ ਇੱਕ ਐਪਲੀਕੇਸ਼ਨ ਪਾਈ ਗਈ ਉਸੇ ਪਟੀਸ਼ਨ ਦੇ ਵਿੱਚ ਕਿ ਜੀ ਇਹ ਇਨਵੈਸਟੀਗੇਸ਼ਨ CBI ਨੂੰ ਜਾਂ NIA ਨੂੰ ਟ੍ਰਾਂਸਫਰ ਕੀਤੀ ਜਾਵੇ। ਓਕੇ। ਹੁਣ ਆਪਦੇ ਵੱਲੋਂ ਹੁਣ ਜਦੋਂ ਮੈਂ ਇਸ ਕੇਸ ਦੇ ਵਿੱਚ ਪੇਸ਼ ਹੋਇਆ ਤਾਂ ਮੈਂ ਜਿਹੜੇ ਪੁਆਇੰਟਸ ਕੁਛ ਰੇਜ਼ ਕੀਤੇ, ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਕੋਰਟ ਨੂੰ ਆਹ ਪੁਆਇੰਟ ਆਊਟ ਕੀਤਾ ਸੀ ਕਿ ਜੀ ਇੱਕ ਐਫੀਡੇਵਿਟ ਦੇ ਵਿੱਚ ਅਸੀਂ ਇਲੀਗੈਲਿਟੀਜ਼ ਪੁਆਇੰਟ ਆਊਟ ਕੀਤੀਆਂ। ਓਕੇ। ਇੱਕ ਜਦੋਂ SIT ਤੁਸੀਂ ਬਣਾ ਦਿੰਦੇ ਹੋ ਤੇ ਤੁਸੀਂ ਇਹ ਨਹੀਂ ਕਹਿੰਦੇ ਕਿ ਜੀ ਆਹ ਗਲਤੀਆਂ ਕਿਸੇ ਆਮ ਇਨਵੈਸਟੀਗੇਟਿੰਗ ਆਫਿਸਰ ਤੋਂ ਹੋਗੀ, ਤੁਸੀਂ ਇੱਕ ਬੜੀ ਬਿਹਤਰੀਨ ਔਰ ਵਿਦ ਮਿਨੀਮਮ ਐਰਰਸ ਐਕਸਪੈਕਟ ਕਰਦੇ ਹੋ ਇਨਵੈਸਟੀਗੇਸ਼ਨ ਹੋਈ ਹੋਊਗੀ, ਕੈਜੂਅਲ ਅਪਰੋਚ ਨਹੀਂ ਐਕਸਪੈਕਟ ਕਰਦੇ। ਸੋ ਜੇ ਉਹਦੇ ਵਿੱਚ ਕੋਈ ਊਂਚ ਨੀਚ ਹੁੰਦੀ ਹੈ ਸੋ ਯੂ ਹੈਵ ਅ ਰਾਈਟ ਟੂ ਸੇ ਕਿ ਜੀ ਇਹੋ ਜਿਹੀਆਂ ਗਲਤੀਆਂ ਨਹੀਂ ਹੋ ਸਕਦੀਆਂ ਸੀ। ਓਕੇ। ਕਿਉਂਕਿ SIT ਬਣੀ ਹੋਈ ਸੀ। ਕਿਹੜੇ ਰੈਂਕ ਦਾ ਆਫੀਸਰ ਸੀ? IG ਸੀਗੇ ਉਦੋਂ ਨੀਰਜਾ ਮੈਡਮ, ਉਹਨਾਂ ਦੀ SIT ਸੀ ਪਰ ਸ਼ੀ ਵਾਜ਼ ਅਸਿਸਟਡ ਬਾਈ ਈਵਨ IPS ਆਫਿਸਰਸ। ਓਕੇ, ਠੀਕ ਹੈ। ਤੇ ਜਦੋਂ 2 ਜਾਂ 3 IPS ਆਫਿਸਰਸ SIT 'ਚ ਨੇ, ਬਾਕੀ ਇੰਸਪੈਕਟਰ DSP ਵੀ ਹੈਗੇ ਆ। ਸੋ ਐਟ ਆਲ ਲੈਵਲ ਇਨਵੈਸਟੀਗੇਸ਼ਨ ਤੋਂ ਬਾਅਦ ਇੱਕ ਐਫੀਡੇਵਿਟ ਦੇ ਵਿੱਚ ਅਸੀਂ ਇਹ ਲੈਕੂਨਾ ਪੁਆਇੰਟ ਆਊਟ ਕੀਤਾ ਹੋਇਆ ਸੀ ਕਿ ਜੀ ਇੱਕ ਤਾਂ 103 ਦਿਨਾਂ ਤੋਂ ਬਾਅਦ ਵਿਜ਼ਿਟ ਕੀਤਾ ਗਿਆ ਸਾਈਟ ਨੂੰ ਔਰ 131 ਦਿਨਾਂ ਤੋਂ ਬਾਅਦ ਸੈਂਪਲ ਭੇਜੇ ਗਏ ਹੈ। ਸੋ ਉਹ ਚੀਜ਼ ਦਾ ਫਰਕ ਆਉਂਦਾ। ਸੈਕਿੰਡ, ਡਿਸੀਜ਼ਡ ਨੇ ਆਪਦੇ 2 ਗੋਲੀਆਂ ਮਾਰੀਆਂ, ਚੈਸਟ ਦੇ ਵਿੱਚ ਤੇ ਸਿਰ ਦੇ ਵਿੱਚ। ਸੋ ਥੋੜਾ ਜਿਹਾ ਉਹ ਮਤਲਬ ਇੰਪ੍ਰੋਬੇਬਲ ਲੱਗਦਾ ਹੈ ਕਿ ਇੱਕ ਇਨਸਾਨ ਇੱਕ ਗੋਲੀ ਮਾਰਦਾ ਛਾਤੀ 'ਚ ਨਾਲ। ਇਲਾਵਾ 6 ਗੋਲੀਆਂ ਰਿਕਵਰ ਹੋਈਆਂ। ਬੈਲਿਸਟਿਕ ਰਿਪੋਰਟ ਕਨਕਲੂਸਿਵ ਨਹੀਂ ਹੈ ਕਿ ਉਸ ਹਥਿਆਰ 'ਚੋਂ ਫਾਇਰ ਹੋਈਆਂ। ਹੁਣ ਕਾਮਨ ਸੈਂਸ ਇਹ ਕਹਿੰਦੀ ਹੈ ਕਿ ਜੇ ਇੱਕ ਬੰਦਾ ਰਿਵਾਲਵਰ ਲੈ ਕੇ ਗਿਆ ਹੈ ਉਹਦੇ ਰਿਵਾਲਵਰ 'ਚ 6 ਗੋਲੀਆਂ ਹੈ, 6 ਹੀ ਤੁਸੀਂ ਗੋਲੀਆਂ ਲੱਭੀਆਂ। ਨੇਹਾ ਸ਼ੌਰੀ ਦੀ ਬੋਡੀ 8 ਗੋਲੀਆਂ ਲੱਗੀਆਂ, 8 ਐਂਟਰੀ ਵੂਨਸ ਨੇ। 2 ਬੰਦੇ ਨੇ ਆਪਦੇ ਆਪ ਨੂੰ ਮਾਰ ਲਿਆ, 10 ਗੋਲੀਆਂ ਟੋਟਲ ਹੋ ਗਈਆਂ। ਜਾਂ ਤਾਂ ਤੁਸੀਂ ਪਿਸਤੌਲ ਰਿਕਵਰ ਕੀਤਾ ਜਿਹੜਾ ਉਹਦੇ 'ਚ 2 ਗੋਲੀਆਂ ਪਈਆਂ ਹੋਣ, ਤੁਸੀਂ ਕਹੋ ਜੀ 12 ਗੋਲੀਆਂ ਟੋਟਲ ਪੂਰੀਆਂ ਹੋ ਗਈਆਂ। ਉਸ ਬੰਦੇ ਨੂੰ ਉਹਨੇ ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਫਾਇਰ ਕੀਤਾ। ਜੇ ਉਹਦਾ ਰਿਵਾਲਵਰ ਹੈਗਾ 10 ਗੋਲੀਆਂ ਫਾਇਰ ਹੋਈਆਂ, ਇਹ ਕਿਹੜੀ ਫਿਗਰ ਹੋਈ? ਉਹਨੇ 6 ਗੋਲੀਆਂ ਮਾਰਤੀਆਂ ਤੇ ਉਹਨੇ ਰੀਲੋਡ ਕੀਤਾ ਵੈਪਨ ਮੌਕੇ ਤੇ। ਤੁਸੀਂ ਆਪ ਵੇਖੋ, ਇਹਦਾ ਮਤਲਬ ਹੋ ਸਕਦਾ ਕੋਈ ਹੋਰ ਵੀ ਹੋਵੇ ਮੌਕੇ ਤੇ ਮੌਜੂਦ। ਬਿਲਕੁਲ 6 ਗੋਲੀਆਂ ਮਾਰ ਕੇ ਬੰਦਾ ਰੀਲੋਡ ਕਰਕੇ 2 ਹੋਰ ਨਹੀਂ ਮਾਰਦਾ। ਬਿਲਕੁਲ। ਔਰ ਫਿਰ ਉਸ ਤੋਂ ਬਾਅਦ ਆਪਦੇ 2 ਹੋਰ ਮਾਰ ਰਿਹਾ। ਜਿਵੇਂ ਇੱਕ 10 ਗੋਲੀਆਂ ਇਜ਼ ਅ ਸਬਸਟੈਂਸ਼ੀਅਲ ਨੰਬਰ ਕਿ ਤੁਸੀਂ ਪਿਸਟਲ ਹੁੰਦਾ ਤੇ ਸਮਝ ਆਉਂਦੀ ਸੀ ਕਿ 10 ਗੋਲੀਆਂ ਉਹਦੇ 'ਚ ਪੈਂਦੀਆਂ, ਜਿਹਦੇ 'ਚ ਪੈਂਦੀਆਂ 6 ਹੈ ਉਹਦੇ 'ਚ 6 ਦੇ ਮਲਟੀਪਲਸ ਬੰਦੇ ਦੇ ਪੋਜੈਸ਼ਨ 'ਚ ਹੋਣੇ ਚਾਹੀਦੇ ਹੈ। 6 ਗੋਲੀਆਂ, 12 ਗੋਲੀਆਂ, 18 ਗੋਲੀਆਂ, ਨਾ ਕਿ ਰਾਊਂਡ ਫਿਗਰ ਲਾਈਕ 10। ਬਿਲਕੁਲ।
ਉਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਸੀਗੀਆਂ ਜਿਵੇਂ ਲੈਪਟਾਪ ਔਰ ਮੋਬਾਈਲ ਡਾਟਾ ਸੀ। ਹੁਣ ਇਹ ਕਹਿੰਦੇ ਜੀ ਲੈਪਟਾਪ 'ਚੋਂ ਆਈਫੋਨ 'ਚੋਂ ਡੇਟਾ ਡਿਲੀਟ ਹੋ ਗਿਆ, ਚਲੋ ਡਿਲੀਟ ਹੋ ਗਿਆ, ਤੇ ਤੁਸੀਂ ਰਿਕਵਰ ਕਿਉਂ ਨਹੀਂ ਕੀਤਾ? ਜੇ ਰਿਕਵਰ ਨਹੀਂ ਕੀਤਾ ਤੇ ਤੁਸੀਂ ਇਹ ਕਿਉਂ ਨਹੀਂ ਡਿਗ ਆਊਟ ਕੀਤਾ ਜਾਂ ਇਨਵੈਸਟੀਗੇਟ ਕੀਤਾ ਕਿ ਡੇਟਾ ਕਿਵੇਂ ਡਿਲੀਟ ਹੋ ਗਿਆ ਸਾਰੇ ਦਾ ਸਾਰਾ? ਕਿਹਨੇ ਐਫਰਟ ਕੀਤੀ ਡਿਲੀਟ ਕਰਨ ਦੀ? ਫੋਨ ਤਾਂ ਉਸੇ ਵੇਲੇ ਤੁਹਾਡੇ ਪੋਜੀਸ਼ਨ 'ਚ ਆ ਗਿਆ ਸੀ। ਬਿਲਕੁਲ। ਔਰ ਇਹ ਵੀ ਕਿਤੇ ਐਲੀਗੇਸ਼ਨ ਨਹੀਂ ਆ ਰਿਹਾ ਕਿ ਮਰਨ ਵਾਲੇ ਨੇ ਉਹ ਫੋਨ ਦਾ ਡੇਟਾ ਡਿਲੀਟ ਕੀਤਾ। ਮਰਨ ਤੋਂ ਬਾਅਦ ਤਾਂ ਕਰ ਨਹੀਂ ਸਕਦਾ, ਮਰਨ ਤੋਂ ਬਾਅਦ ਕਰ ਨਹੀਂ ਸਕਦਾ। ਅੱਛਾ, ਉਹਦੇ ਕਾਲ ਰਿਕਾਰਡ 'ਚੋਂ ਭਾਵੇਂ ਨਾ ਮਿਲੇ, ਉਹਦੇ 'ਚੋਂ ਲੀਡ ਨਹੀਂ ਮਿਲ ਰਹੀ, ਬੰਦਾ ਮਰ ਗਿਆ ਇਸ ਕਰਕੇ, ਪਰ ਵਟਸਐਪ ਵਗੈਰਾ 'ਚ ਹੋ ਸਕਦਾ ਮਿਲੇ, ਉਹ ਬੰਦੇ ਨੂੰ ਕਿਸੇ ਨੇ ਭੇਜਿਆ ਹੋਵੇ। ਸਾਡਾ ਕਹਿਣਾ ਇਹ ਸੀ, ਹੁਣ ਮੇਰਾ ਆਰਗੂਮੈਂਟ ਹੀ ਕੋਰਟ ਦੇ ਸਾਹਮਣੇ ਆ ਸੀ ਕਿ ਜੀ ਜਦੋਂ ਅਸੀਂ ਵਾਰੀ ਪੁਆਇੰਟ ਆਊਟ ਹੀ ਇਹ ਕਰ ਰਹੇ ਹਾਂ ਕਿ ਇਹਨੇ ਮਾਰਿਆ ਹੈ, ਔਰ ਹੋ ਸਕਦਾ ਇਹ ਉਸ ਪਲੈਨਿੰਗ ਦਾ ਹਿੱਸਾ ਹੀ ਨਹੀਂ ਸੀ, ਕਿਸੇ ਨੇ ਇਹਨੂੰ ਭੇਜਿਆ ਹਾਇਰਿੰਗ ਹਿਮ ਐਜ਼ ਅ ਕੰਟਰੈਕਟ ਕਿਲਰ, ਤਾਂ ਹੀ ਇਹਦਾ ਹੱਥੋਂ ਹੱਥ ਇੰਨੇ ਆਫਿਸਰਸ ਨੇ ਇੰਨੀ ਛੇਤੀ ਲਾਇਸੈਂਸ ਥਰੂ ਕਰਤਾ, ਔਰ ਇਹਨੇ ਮਾਰਿਆ ਬਾਅਦ 'ਚ ਇਹਨੂੰ ਵੀ ਮੌਕੇ ਤੇ ਮਾਰ ਦਿੱਤਾ ਗਿਆ ਹੋਵੇ। ਬਿਲਕੁਲ। ਔਰ ਮੰਨ ਲਓ ਸਾਡੀ ਗੱਲ ਗਲਤ ਵੀ ਹੈ, ਅਸੀਂ ਤਾਂ ਇੱਕ ਇਨਵੈਸਟੀਗੇਸ਼ਨ ਮੰਗ ਰਹੇ ਹਾਂ। ਬਿਲਕੁਲ। ਜਦੋਂ ਅਸੀਂ ਕੁਝ ਲੈਕਿਊਨਾ ਪੁਆਇੰਟ ਆਊਟ ਕਰ ਰਹੇ ਹਾਂ, ਇੱਕ ਫੇਅਰ ਇਨਵੈਸਟੀਗੇਸ਼ਨ ਮੰਗਣਾ ਸਾਡਾ ਹੱਕ ਹੈ। ਅਸੀਂ ਤਾਂ ਉਸ ਤੋਂ ਬਿਯੋਂਡ ਕੁਝ ਮੰਗ ਹੀ ਨਹੀਂ ਰਹੇ। ਬਿਲਕੁਲ। ਸੋ ਇੱਕ ਜਸਟਿਸ ਜਿਹੜੀ ਹੈਗੀ ਆ ਉਹ ਥਾਣੇ ਚੋਂ ਜਾਂ ਫੇਅਰ ਇਨਵੈਸਟੀਗੇਸ਼ਨ ਤੋਂ ਸ਼ੁਰੂ ਹੁੰਦੀ ਹੈ। ਪਰ ਜਿਹੜੀਆਂ 2 ਗੋਲੀਆਂ ਤੇ ਆਪਣੇ ਲੱਗੀਆਂ ਉਹਦੇ ਕੋਲ ਮਿਲੇ, ਉਹਦੇ ਕੋਲ ਨਹੀਂ ਮਿਲੇ ਮੇਰਾ ਖਿਆਲ। ਫਿਰ ਉਹ ਕੋਈ ਵੀ ਨਹੀਂ ਮਿਲ ਰਹੀ ਜੀ। ਮੈਂ ਤਾਂ ਹੀ ਇੱਕ ਸੈਕਿੰਡ ਗਨ ਦੀ ਚੀਜ਼ ਫੀਲ ਕਰ ਰਿਹਾ ਕਿ ਕੋਈ ਹੋਰ ਬੰਦਾ ਵੀ ਹੋ ਸਕਦਾ ਹੈ। ਬਿਲਕੁਲ। ਬਿਕੋਜ਼ 6 ਗੋਲੀਆਂ ਵਾਲੀ ਰਿਵਾਲਵਰ ਤੋਂ ਤੁਸੀਂ 8 ਗੋਲੀਆਂ ਫਾਇਰ ਕਰ ਰਹੇ ਹੋ। ਬਿਲਕੁਲ। ਨਹੀਂ ਤਾਂ ਬੰਦਾ ਆ ਕੇ ਕਹਿੰਦਾ ਜੀ 6 ਗੋਲੀਆਂ ਮਾਰਤੀਆਂ, ਤੁਹਾਨੂੰ ਪਤਾ ਇਨਸਾਨ ਮਾਰ ਗਿਆ, ਤੁਸੀਂ ਰੀਲੋਡ ਕਰਕੇ 2 ਹੋਰ ਮਾਰੋਗੇ। ਬੜੀ ਹੈਰਾਨੀ ਦੀ ਗੱਲ ਹੈ। ਬਿਲਕੁਲ। ਅੱਛਾ, ਫਿਰ ਉਹ ਕੰਪਲੇਨੈਂਟ ਜੋ ਹੈ ਉਹ ਥਰਡ ਪਾਰਟੀ ਹੈ। ਓਕੇ। ਫੇਅਰ ਇਨਵੈਸਟੀਗੇਸ਼ਨ ਤੁਸੀਂ ਕਰ ਰਹੇ ਹੋ, ਤੁਸੀਂ ਮਤਲਬ ਉਹ ਆਫਿਸ ਦੇ ਵਿੱਚ ਕੰਮ ਕਰਦਾ ਬੰਦਾ ਹੈ। ਹਾਂ। ਮਤਲਬ ਨਥਿੰਗ, ਨੋ ਕੰਪਲੇਂਟ ਅਗੇਂਸਟ ਹਿਮ, ਅਸੀਂ ਕੋਈ ਉਹਦੇ ਖਿਲਾਫ ਨਹੀਂ ਹੈ, ਪਰ ਅਸੀਂ ਤਾਂ ਇੰਨਾ ਕਹਿ ਰਹੇ ਹਾਂ ਕਿ SIT ਨੂੰ ਫੈਮਿਲੀ ਮੈਂਬਰ ਨੂੰ ਦੱਸਣਾ ਚਾਹੀਦਾ ਸੀ ਕਿ ਜੀ ਤੁਸੀਂ ਪਲੀਜ਼ ਕੋਰਟ 'ਚ ਆਓ, ਅਸੀਂ ਕੈਂਸਲੇਸ਼ਨ ਦੇ ਰਹੇ ਹਾਂ। ਮਤਲਬ ਇੱਕ ਇਨਸੈਂਸਿਟਿਵਿਟੀ ਨਹੀਂ ਹੋਣੀ ਚਾਹੀਦੀ। ਕੋਈ SIT ਦੇ ਮੈਂਬਰ ਤੇ ਅਸੀਂ ਐਲੀਗੇਸ਼ਨ ਨਹੀਂ ਲਾ ਰਹੇ। ਓਕੇ। ਅਸੀਂ ਕਹਿ ਰਹੇ ਹਾਂ SIT ਨੇ ਜਿੰਨਾ ਮਰਜ਼ੀ ਵਧੀਆ ਇਨਵੈਸਟੀਗੇਟ ਕੀਤਾ ਹੋਵੇ, ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਨਾ, ਤੁਸੀਂ ਕਲੋਜ਼ਰ ਫਾਈਲ ਕਰਤਾ, ਤੇ ਤੁਹਾਨੂੰ ਗ੍ਰੀਵੈਂਸ ਕਿਉਂ ਹੋਵੇ ਜੇ CBI ਨੂੰ ਅਸੀਂ ਦੇ ਦਈਏ? ਸਰ ਮੰਨ ਲਓ ਮੈਂ ਕਿਤੇ ਇਨਵੈਸਟੀਗੇਟ ਕਰ ਰਿਹਾ, ਮੇਰੇ ਤੋਂ ਨਹੀਂ ਹੋਇਆ, ਜਾਂ ਮੈਂ ਕੋਈ ਕੇਸ ਲੜ ਰਿਹਾ, ਮੈਂ ਪੂਰੀ ਬਹਿਸ ਕਰ ਲਈ, ਜੱਜ ਕਨਵਿੰਸ ਨਹੀਂ ਹੋ ਰਿਹਾ, ਤੇ ਉਹ ਕਲਾਇੰਟ ਮੇਰਾ ਕਵੇ ਮੈਂ ਵਕੀਲ ਬਦਲਣਾ, ਮੈਂ ਉਹਨੂੰ ਕਿਉਂ ਕਵਾਂ ਨਹੀਂ ਕਰਨਾ? ਬਿਲਕੁਲ। ਉਹਦੀ ਮਰਜ਼ੀ। ਉਸੇ ਤਰ੍ਹਾਂ ਇੱਕ ਇਨਵੈਸਟੀਗੇਟਿੰਗ ਆਫਿਸਰ ਨੇ ਆਪਦਾ ਜ਼ੋਰ ਲਾ ਲਿਆ, ਉਹ ਅੱਜ ਫੀਲ ਕਰ, ਉਹਨਾਂ ਤੋਂ ਕਲੋਜ਼ਰ ਰਿਪੋਰਟ ਉਹਨਾਂ ਨੇ ਫਾਈਲ ਕਰਤੀ। ਠੀਕ ਹੈ। ਅਸੀਂ ਉਸ ਕਲੋਜ਼ਰ ਦੇ ਵਿੱਚ ਕੁਝ ਕਮੀਆਂ ਕੱਢ ਰਹੇ ਹਾਂ, ਭਾਵੇਂ ਕੋਰਟ ਨੇ ਵੀ ਐਕਸੈਪਟ ਕਰ ਲਈ ਹੈ। ਓਕੇ। ਤੇ ਅੱਜ ਕਿਉਂ ਉਸ ਚੀਜ਼ ਦੀ ਇਨਵੈਸਟੀਗੇਸ਼ਨ ਨਾ ਹੋਵੇ? ਕੋਰਟ ਕੋਲ, ਹਾਈ ਕੋਰਟ ਕੋਲ ਪਾਵਰ ਹੈ ਅਜੇ ਵੀ ਰੀ-ਇਨਵੈਸਟੀਗੇਸ਼ਨ ਆਰਡਰ ਕਰਨ ਦੀ। ਬਿਲਕੁਲ ਬਿਲਕੁਲ। ਸੋ ਉਸ ਚੀਜ਼ ਦੇ ਉੱਤੇ ਅਸੀਂ ਤਾਂ ਇੰਨਾ ਕਹਿ ਰਹੇ ਹਾਂ ਕਿ ਇਹ ਡਿਗ ਆਊਟ ਕਰ ਲਓ, ਜੇ ਇੱਕ ਵੱਡੀ ਕਨਸਪੀਰੇਸੀ ਨਿਕਲੀ ਦੈਨ ਵਾਟ? ਬਿਲਕੁਲ। ਜੋ ਸਾਨੂੰ ਡਾਊਟ ਹੈ, ਇਸ ਕਰਕੇ ਅਸੀਂ ਹੁਣ ਕੀਤਾ, ਔਰ ਇਹਦੇ ਵਿੱਚ ਜਿਹੜਾ 8 ਆਫਿਸਰਸ ਦੇ ਇਮੀਡੀਏਟਲੀ ਸਾਈਨ ਹੋ ਰਹੇ ਹੈ ਕੋਡ ਆਫ ਕੰਡਕਟ ਤੋਂ ਪਹਿਲਾਂ, ਇਹਨੂੰ ਤਾਂ ਕਿ ਉਹ ਬੈਕ ਡੇਟ ਦੇ ਵਿੱਚ ਇਹਨੂੰ ਲਾਇਸੈਂਸ ਇਸ਼ੂ ਹੋਵੇ, ਉਹ ਚੀਜ਼ਾਂ ਵੀ ਇਨਵੈਸਟੀਗੇਸ਼ਨ 'ਚ ਹੀ ਬਾਹਰ ਆਉਣਗੀਆਂ ਨਾ। ਮਤਲਬ ਦੈਟਸ ਅ ਵੈਰੀ ਸੀਰੀਅਸ ਚਾਰਜ ਹੈ ਕਿ ਇਹੋ ਜਿਹੇ ਮਾਹੌਲ 'ਚ ਇੰਨੀ ਜਲਦੀ ਇੰਨੀਆਂ ਕਲੀਅਰੈਂਸ ਜਲਦੀ ਦੇ ਕੇ ਵੈਪਨ ਕਿਉਂ ਦਿੱਤਾ ਗਿਆ? ਸਰ ਮੈਂ ਇਹ ਵੀ ਲੈ ਲੈਣਾ, ਫॉर ਲੈਟ ਅਸ ਪ੍ਰੀਜ਼ਿਊਮ 8 ਨੇ ਨਹੀਂ ਕੀਤਾ, 4 ਨੇ ਕਲੀਅਰ ਕਰਤਾ, ਤਾਂ ਵੀ ਕੁਝ ਆਫਿਸਰਸ ਨੇ ਆਏ ਹੱਥੋਂ ਹੱਥ ਕਿਉਂ ਕਲੀਅਰ ਕਰਤਾ? ਬਿਲਕੁਲ। ਐਂਡ ਵਾਈ ਸ਼ੁਡ ਦੇयर ਬੀ ਐਨੀ ਪ੍ਰੋਬਲਮ ਕਿ SIT ਨੂੰ ਤਾਂ ਕੋਈ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ। ਦੇ ਹੈਵ ਡਨ देयर ਬੈਸਟ, ਫੈਮਿਲੀ ਨੂੰ ਜਸਟਿਸ ਚਾਹੀਦਾ। ਇਹ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਹੋ ਰਹੀਆਂ ਸੀ ਉਦੋਂ? ਹਾਂਜੀ। ਓਕੇ। ਇਹ ਬਣਿਆ ਕਿੱਥੋਂ ਲਾਇਸੈਂਸ ਦਾ? ਬਠਿੰਡੇ ਤੋਂ ਬਣਿਆ? ਹਾਂਜੀ। ਓਕੇ। ਸਰ ਅਸੀਂ ਉਸੇ ਚੀਜ਼ ਤੇ ਹੀ ਕਹਿ ਰਹੇ ਹਾਂ ਨਾ ਕਿ ਸਾਡਾ ਤਾਂ ਇੰਨੀ ਕੁ ਰਿਕੁਐਸਟ, ਬੜੀ ਲਿਮਿਟਡ ਪੁਆਇੰਟਸ ਤੇ ਸਾਡਾ ਹੈਗਾ, ਔਰ ਮੈਂ ਉਸੇ ਤੇ ਹੀ ਬਹਿਸ ਕੀਤੀ ਹੈ ਕਿ ਜੀ ਜਿਹੜੀ ਅਸੀਂ SIT ਦੀਆਂ ਕਮੀਆਂ ਕੱਢੀਆਂ, ਹਾਂਜੀ, SIT ਨੇ ਕਿਤੇ ਵੀ ਰਿਬਟ ਨਹੀਂ ਕੀਤੀ। ਹੁਣ ਹਾਈ ਕੋਰਟ ਨੇ ਨੋਟਿਸ ਦਿੱਤਾ ਪੰਜਾਬ ਸਰਕਾਰ ਨੂੰ, ਰਿਟਰਨੇਬਲ ਔਨ 8th of January। ਹਾਂਜੀ, ਬਿਕੋਜ਼ ਨੋਟਿਸ ਉਹ ਕਾਪੀ ਉਹਨਾਂ ਕੋਲ ਪਹਿਲਾਂ ਦੀ ਸੀ। ਹੁਣ ਜਦੋਂ ਅਸੀਂ ਪੁਆਇੰਟ ਆਊਟ ਕਰ ਰਹੇ ਸੀ, ਹਾਂਜੀ, ਤੇ ਸਰਕਾਰ ਉਹਨੂੰ ਰਿਬਟ ਕਿਵੇਂ ਕਰੇ ਜਦੋਂ ਸਰਕਾਰ ਨੇ ਉਹਨੂੰ ਲੈ ਕੇ ਕੁਝ ਫਾਈਲ ਹੀ ਨਹੀਂ ਕੀਤਾ? ਹਾਂਜੀ। ਸੋ ਦੈਟ ਬਿਕੇਮ ਅ ਪ੍ਰੋਬਲਮ ਫॉर द ਗਵਰਨਮੈਂਟ। ਸੋ ਕੋਰਟ ਹੈਡ ਟੂ ਸੇ ਕਿ ਜੀ ਤੁਸੀਂ ਫਿਰ ਰਿਪਲਾਈ ਫਾਈਲ ਕਰੋ ਇਸ ਚੀਜ਼। ਓਕੇ। ਸੋ ਦੋਸਤੋ, ਸੁਣਿਆ ਤੁਸੀਂ
ਕਿੰਨੀਆਂ ਕਮੀਆਂ ਪੇਸ਼ੀਆਂ ਕਮਜ਼ੋਰੀਆਂ ਸਵਾਲ ਅਜੇ ਵੀ ਇਸ ਕੇਸ ਵਿੱਚ ਬਾਕੀ ਨੇ। ਜਿਹੜੇ ਇਸ਼ਾਰੇ ਅਜੇ ਵਕੀਲ ਸਾਹਿਬ ਨੇ ਕੋਰਟ ਵਿੱਚ ਨਹੀਂ ਕੀਤੇ ਜਾਂ ਜਿਹੜੇ ਇਸ਼ੂ ਅਜੇ ਰੇਜ਼ ਨਹੀਂ ਕੀਤੇ, ਇਹ ਉਹਨਾਂ ਦੀ ਆਪਣੀ ਸਟ੍ਰੈਟਜੀ ਹੋ ਸਕਦੀ ਹੈ, ਪਰ ਸਾਡਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਇਹ ਉਸ ਇਕੱਲੇ ਬੰਦੇ ਦਾ ਕੰਮ ਨਹੀਂ ਸੀ। ਉਹਦੇ ਦੋ ਕਾਰਨ ਨੇ। ਇੱਕ ਤਾਂ ਜਿਹੜੇ ਲਾਇਸੈਂਸ ਰੱਦ ਹੋਣ ਦੀ ਰੰਜਿਸ਼, ਇਹ ਕਾਰਨ ਦੱਸਿਆ ਜਾ ਰਿਹਾ ਕਿ ਉਹਦਾ ਲਾਇਸੈਂਸ ਰੱਦ ਹੋ ਗਿਆ ਸੀ ਮੈਡੀਕਲ ਸ਼ਾਪ ਦਾ, ਜਿਹੜਾ ਉਹ ਆਪਣੀ ਬੀਵੀ ਦੇ ਨਾਂ 'ਤੇ ਚਲਾ ਰਿਹਾ ਸੀ। ਇਸ ਕਰਕੇ ਉਹਨੇ ਨੇਹਾ ਸ਼ੌਰੀ ਨੂੰ ਗੋਲੀਆਂ ਮਾਰ ਦਿੱਤੀਆਂ। ਪਰ ਦੋਸਤੋ, ਇਹ ਰੰਜਿਸ਼ 11 ਸਾਲ ਬਾਅਦ ਅਚਾਨਕ ਕਿਵੇਂ ਫੁੱਟੀ, ਇਸ ਗੱਲ ਦਾ ਜਵਾਬ SIT ਨੇ ਨਹੀਂ ਦਿੱਤਾ। ਲਾਇਸੈਂਸ ਕੈਂਸਲ ਹੋਇਆ ਸੀ 11 ਸਾਲ ਪਹਿਲਾਂ। 11 ਸਾਲਾਂ ਬਾਅਦ ਉਸ ਸ਼ਖਸ ਨੂੰ, ਜਿਹਦਾ ਨਾਂ ਬਲਵਿੰਦਰ ਸਿੰਘ ਹੈ, ਬਲਵਿੰਦਰ ਸਿੰਘ ਨੂੰ 11 ਸਾਲ ਬਾਅਦ ਯਾਦ ਆਇਆ ਕਿ ਮੈਂ ਇਸ ਆਫੀਸਰ ਤੋਂ ਬਦਲਾ ਲੈਣਾ। 2019 'ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ। ਇਲੈਕਸ਼ਨਾਂ ਤੋਂ ਪਹਿਲਾਂ ਜ਼ਾਬਤਾ ਲੱਗਿਆ ਹੋਇਆ ਸੀ। ਜ਼ਾਬਤੇ ਦੇ ਦੌਰਾਨ ਇਸ ਬੰਦੇ ਦਾ ਲਾਇਸੈਂਸ ਬਣਦਾ। ਚੰਦ ਦਿਨਾਂ ਵਿੱਚ ਹੱਥੋਂ ਹੱਥੀ ਸਿਗਨੇਚਰ ਹੁੰਦੇ ਆ ਔਰ ਇਸ ਬੰਦੇ ਨੂੰ ਲਾਇਸੈਂਸ ਵੈਪਨ ਦਾ ਮਿਲ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ, ਹੁਣ ਤਾਂ ਜਾਂਚ ਹੋਏਗੀ, ਪਤਾ ਲੱਗੇਗਾ, ਪਰ ਸਾਡੇ ਸੂਤਰਾਂ ਨੇ ਦੱਸਿਆ ਕਿ ਸ਼ਾਇਦ ਅਜੇ ਜਿਹੜੀ ਵੈਪਨ ਨਾਲ ਉਹਨੇ ਕਤਲ ਕੀਤਾ, ਆਪਣੀ ਵੀ ਜਾਨ ਲਈ, ਉਹ ਵੈਪਨ ਅਜੇ ਉਹਦੇ ਲਾਇਸੈਂਸ 'ਤੇ ਸ਼ਾਇਦ ਚੜੀ ਨਹੀਂ ਸੀ, ਕਿਉਂਕਿ ਪਤਾ ਹੀ ਨਹੀਂ ਅਜੇ ਤੱਕ ਉਹਨੇ ਵੈਪਨ ਖਰੀਦੀ ਕਿੱਥੋਂ ਸੀ, ਕਿਹੜੇ ਆਰਮਸ ਡੀਲਰ ਤੋਂ ਖਰੀਦੀ। ਲਾਇਸੈਂਸ ਮਰਿੰਡਾ ਦਾ ਬਣਿਆ ਹੋਇਆ, ਵੈਪਨ ਕਿੱਥੋਂ ਖਰੀਦੀ, ਉਹ ਕੋਲ ਪਹਿਲਾਂ ਸੀਗੀ। ਉਹ ਅਜੇ ਕਈ ਕੁਛ ਹੋਣਾ ਬਾਕੀ ਆ ਜੋ ਨਾਰਮਲ ਕੋਰਟ ਪੁਲਿਸ ਨੂੰ ਕਰ ਲੈਣਾ ਚਾਹੀਦਾ ਸੀ। ਉਹ ਕਿਹੜੇ ਅਫਸਰ ਸਨ ਜਿਨ੍ਹਾਂ ਨੇ ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਬਲਵਿੰਦਰ ਸਿੰਘ ਨੂੰ ਇੰਨੀ ਜਲਦੀ ਲਾਇਸੈਂਸ ਬਣਾ ਕੇ ਦੇਤਾ? ਕੀ ਮਜਬੂਰੀ ਸੀ? ਕਿਹਦਾ ਪਿੱਛੇ ਪ੍ਰੈਸ਼ਰ ਸੀ? ਕਿ ਕੋਈ ਵੱਡਾ ਆਦਮੀ ਪਿੱਛੇ ਸੀ ਕਿ ਜਲਦੀ ਜਲਦੀ ਲਾਇਸੈਂਸ ਬਣਾ ਕੇ ਤੂੰ ਇਹ ਤੋਂ ਕੋਈ ਕੰਮ ਕਰਾਉਣਾ? ਉਸ ਵੈਪਨ ਖਰੀਦਣ ਦੇ ਪੈਸੇ ਕਿੱਥੋਂ ਆਏ? ਕਿਹਨੇ ਫਾਈਨਾਂਸ ਕੀਤਾ? ਔਰ ਉਸ ਤੋਂ ਬਾਅਦ ਇਹ ਸ਼ਖਸ ਕਈ ਦਿਨ ਤੱਕ ਨੇਹਾ ਸ਼ੌਰੀ ਦਾ ਘਰ ਜੋ ਪੰਚਕੂਲਾ ਵਿੱਚ ਸੀ, ਉੱਥੇ ਇਸ ਬੰਦੇ ਨੇ ਨੌਕਰੀ ਕੀਤੀ, ਉਹਦੇ ਨੇੜੇ ਤੇੜੇ ਇਹਦੀ ਰੈਕੀ ਕਰਦਾ ਰਿਹਾ ਕਿ ਇਹ ਆਫਿਸਰ ਨੇਹਾ ਸ਼ੌਰੀ ਕਿੰਨੇ ਵਜੇ ਆਪਣੇ ਘਰੋਂ ਨਿਕਲਦੀ, ਇਹਦਾ ਰੂਟੀਨ ਕੀ ਹੈ, ਪੰਚਕੂਲਾ ਤੋਂ ਖਰੜ ਕਿਵੇਂ ਪਹੁੰਚਦੀ ਹੈ ਅਤੇ ਦਫ਼ਤਰ ਤੱਕ ਇਹਦੇ ਨਾਲ ਕੌਣ ਹੁੰਦਾ, ਕੀ ਸਟਾਫ ਹੁੰਦਾ। ਇਸ ਗੱਲ ਦਾ ਜ਼ਿਕਰ ਵੀ ਕਿਤੇ SIT ਦੀ ਰਿਪੋਰਟ ਵਿੱਚ ਨਹੀਂ। ਹਾਲਾਂਕਿ ਉਹਦੇ 3 IPS ਆਫਿਸਰ ਮੈਂਬਰ ਸੀਗੇ SIT ਦੇ। ਮੈਨੂੰ ਲੱਗਦਾ ਸਾਰੀਆਂ ਗੱਲਾਂ ਪਹਿਲੀ ਵਾਰੀ ਅਸੀਂ ਲਿਆ ਕੇ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਜਿਨ੍ਹਾਂ ਗੱਲਾਂ ਦਾ ਜ਼ਿਕਰ ਅੱਜ ਤੱਕ ਕਦੇ ਨਾ ਕਦੇ ਅਖਬਾਰਾਂ ਦੀਆਂ ਰਿਪੋਰਟ 'ਚ ਹੋਇਆ, ਨਾ ਪੁਲਿਸ ਦੀ ਰਿਪੋਰਟ 'ਚ ਆਇਆ। 11 ਸਾਲ ਬਾਅਦ ਉਸ ਬੰਦੇ ਨੇ ਮਾਰਨ ਦੀ ਕਿਉਂ ਸੋਚੀ? ਇੰਨੀ ਜਲਦੀ ਲਾਇਸੈਂਸ ਕਿਉਂ ਬਣਿਆ? ਪੰਚਕੂਲੇ ਜਾ ਕੇ ਉਸ ਬੰਦੇ ਬਲਵਿੰਦਰ ਸਿੰਘ ਨੇ ਨੌਕਰੀ ਕਿਉਂ ਕੀਤੀ ਨੇਹਾ ਸ਼ੌਰੀ ਦੇ ਘਰ ਦੇ ਨੇੜੇ? ਇਹ ਸਾਰੀਆਂ ਗੱਲਾਂ ਜਵਾਬ ਮੰਗਦੀਆਂ ਨੇ। ਔਰ ਦੂਸਰੀ ਗੱਲ, ਸਭ ਤੋਂ ਅਹਿਮ ਸਵਾਲ ਜਿਹਦਾ ਕੋਰਟ ਨੇ ਵੀ ਮੰਨਿਆ, ਤੁਸੀਂ ਸੁਣਿਆ ਵਿਰਕ ਸਾਹਿਬ ਨੇ ਕੀ ਕਿਹਾ। ਇਹ ਜਿਹੜਾ ਇੱਕ ਐਂਗਲ ਹੈ ਕਿ ਇੱਕ ਵੈਪਨ ਰਿਵਾਲਵਰ ਜਿਹਦੇ 'ਚ 6 ਗੋਲੀਆਂ ਦੀ ਚੈਂਬਰ ਹੁੰਦੀ, ਉਹਨੇ 6 ਦੀਆਂ 6 ਗੋਲੀਆਂ ਚਲਾਈਆਂ। ਜੋ ਪਹਿਲੀ ਗੱਲ ਤਾਂ ਕਿਸੇ ਨੇ ਦੁਸ਼ਮਣੀ ਕੱਢੀ ਹੁੰਦੀ ਹੈ, 2-3 ਗੋਲੀਆਂ ਵਾਲਾ ਬੰਦਾ ਮਰ ਜਾਂਦਾ, 6 ਦੀਆਂ 6 ਗੋਲੀਆਂ ਕੋਈ ਚਲਾਉਂਦਾ ਨਹੀਂ। ਲੇਕਿਨ ਨੇਹਾ ਸ਼ੌਰੀ ਦੀ ਪੋਸਟਮਾਰਟਮ ਰਿਪੋਰਟ 'ਚ ਲਿਖਿਆ ਕਿ ਉਹਦੇ ਬਦਨ 'ਤੇ 8 ਐਂਟਰੀ ਪੁਆਇੰਟ ਸੀਗੇ। 8 ਗੋਲੀਆਂ ਚੱਲੀਆਂ। 2 ਗੋਲੀਆਂ ਉਹਨੇ ਆਪਣੇ ਆਪ ਨੂੰ ਮਾਰੀਆਂ। ਕਿਹੜੇ ਰਿਵਾਲਵਰ ਵਿੱਚ 10 ਗੋਲੀਆਂ ਹੁੰਦੀਆਂ? ਜਾਂ ਪੁਲਿਸ ਨੇ ਇਨਵੈਸਟੀਗੇਸ਼ਨ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹਨੇ ਆਪਣਾ ਵੈਪਨ ਰੀਲੋਡ ਕੀਤਾ? ਜੇ ਰੀਲੋਡ ਕੀਤਾ ਸੀ, ਜਿਹੜੀਆਂ ਪਹਿਲਾਂ 6 ਗੋਲੀਆਂ ਚੱਲ ਗਈਆਂ ਸੀ ਉਹਨਾਂ ਦੇ ਖੋਲ ਕੱਢ ਕੇ ਬਾਹਰ ਸਿੱਟਣੇ ਸੀ, ਉਹ ਤਾਂ ਮਿਲੇ ਨਹੀਂ। ਉਹ ਕਿੱਥੇ ਗਏ? ਲੱਗਦਾ ਇਹ ਹੈ ਕਿ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ। ਮਾਰਨ ਵਾਲੇ 1 ਤੋਂ ਵੱਧ ਬੰਦੇ ਸੀ, 2 ਵੈਪਨ ਦਾ ਇਸਤੇਮਾਲ ਹੋਇਆ। ਇਹ ਪ੍ਰੋਬੇਬਲ ਲੱਗਦਾ। ਕ੍ਰਾਈਮ ਸੀਨ ਕਿਵੇਂ ਹੋ ਸਕਦਾ ਸੀ ਉਹ ਦੱਸ ਰਿਹਾ। ਇਹ ਹੋਇਆ ਨਹੀਂ ਹੋਇਆ,
ਇਹ ਅਜੇ ਜਾਂਚ ਦਾ ਵਿਸ਼ਾ ਹੋਵੇਗਾ, ਇਹ 'ਤੇ ਜਾਂਚ ਹੋਣੀ ਚਾਹੀਦੀ ਹੈ। ਮਾਰਨ ਵਾਲੇ ਇੱਕ ਤੋਂ ਵੱਧ ਸੀ, ਹਥਿਆਰ ਇੱਕ ਤੋਂ ਜ਼ਿਆਦਾ ਇਸਤੇਮਾਲ ਹੋਏ। ਇਸ ਬੰਦੇ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਕੇਸ ਦੀ ਅੱਗੇ ਜਿਹੜੀ ਵੀ ਇਨਵੈਸਟੀਗੇਸ਼ਨ ਹੋਣੀ ਹੈ ਉਹਦੇ 'ਚ ਵੱਡੇ ਲੋਕਾਂ ਦਾ ਨਾਂ ਨਾ ਆਵੇ। ਕੀ ਇਹ SIT ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਨੇਹਾ ਸ਼ੌਰੀ ਦੇ ਮਰਡਰ ਤੋਂ 2, 4, 6, 8 ਮਹੀਨੇ ਪਹਿਲਾਂ ਕਿਹੜੇ ਲੋਕਾਂ ਨਾਲ ਉਹਦੇ ਕੋਈ ਮੂੰਹ ਮਲਾਜ਼ਾ ਖਰਾਬ ਹੋਇਆ, ਕਿਹਨਾਂ ਲੋਕਾਂ 'ਤੇ ਉਹਨੇ ਐਕਸ਼ਨ ਲਿਆ, ਕਿਹਦੇ ਹੋਰ ਲਾਇਸੈਂਸ ਰੱਦ ਕੀਤੇ, ਕਿਹਦੀ ਡਰੱਗ ਫੜੀ, ਕਿਹੜੀ ਸੱਟ ਕਿਹਨੂੰ ਕਦੋਂ ਲੱਗੀ। ਇਹ ਸਾਰੀਆਂ ਗੱਲਾਂ 'ਤੇ ਚਰਚਾ ਹੋਣੀ ਚਾਹੀਦੀ ਸੀ, ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਪਰ ਸੌਰੀ ਟੂ ਸੇ ਨਹੀਂ ਹੋਈ। ਸੋ ਹੁਣ ਵਕੀਲ ਬਦਲਣ ਤੋਂ ਬਾਅਦ ਜਦੋਂ ਨੇਹਾ ਸ਼ੌਰੀ ਦੇ ਪਰਿਵਾਰ ਨੇ ਇੱਕ ਨਵਾਂ ਵਕੀਲ ਲੈ ਕੇ ਇੱਕ ਨਵੀਂ ਪਟੀਸ਼ਨ ਫਿਰ ਫਾਈਲ ਕੀਤੀ ਹੈ ਔਰ ਸਰਕਾਰ ਨੂੰ ਜਵਾਬ ਦੇਣ ਲਈ ਕਹਿ ਦਿੱਤਾ ਗਿਆ। ਹੁਣ ਉਡੀਕ ਕਰਨੀ ਪਏਗੀ 8 ਜਨਵਰੀ ਤੱਕ। ਅਸੀਂ ਚਾਹੁੰਦੇ ਹਾਂ ਕਿ ਨੇਹਾ ਸ਼ੌਰੀ ਨੂੰ ਇਨਸਾਫ ਮਿਲੇ। ਕੋਈ ਵੀ ਵੱਡੇ ਬੰਦੇ ਜਿੰਨੇ ਮਰਜ਼ੀ ਵੱਡੇ ਹੋਣ ਜਿਹੜੇ ਉਹਦੇ ਕਤਲ 'ਚ ਇਨਵੋਲਵ ਸੀ, ਉਹਨਾਂ ਦਾ ਚਿਹਰਾ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ, ਕਾਨੂੰਨ ਦੇ ਕਟਹਿਰੇ 'ਚ ਖੜਾ ਕਰਨਾ ਚਾਹੀਦਾ। ਇਹਨਾਂ ਗੱਲਾਂ ਨਾਲ ਅੱਜ ਦਾ ਐਪੀਸੋਡ ਇੱਥੇ ਖਤਮ ਕਰਾਂਗੇ। ਆਉਣ ਵਾਲੇ ਦਿਨਾਂ 'ਚ ਇਸੇ ਕਿਸਮ ਦੇ ਪੰਜਾਬ ਨਾਲ ਜੁੜੇ ਮੁੱਦੇ ਜਿਹੜੇ ਸੈਂਸੇਸ਼ਨਲ ਵੀ ਹੈ, ਸੰਗੀਨ ਵੀ ਹੈ, ਅਤੇ ਸਾਰਿਆਂ ਦਾ ਅਸਰ ਸਾਡੇ ਨਾਲ ਸਾਂਝਾ ਹੁੰਦਾ ਹੈ, ਉਹਨਾਂ 'ਤੇ ਗੱਲ ਕਰਦੇ ਰਹਾਂਗੇ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।